ਇਹ ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੂਲ ਰੂਪ ਦੇ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੇਖੀ। ਜਿਸ ਬਾਣੀ ਵਿੱਚ ਰੱਤੀ ਮਾਤਰ ਵੀ ਕੋਈ ਰਲਾ ਮਿਲਾ ਨਹੀਂ ਕੀਤਾ ਗਿਆ, ਉਹਨਾਂ ਬਾਣੀਆਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਅੰਦਰ ਦਰਜ ਕਰਨ ਦਾ ਨਿਰਣਾ ਲਿਆ। ਬਾਕੀ ਇਹ ਵੀ ਕਹਿ ਦਿੱਤਾ ਸੀ, ਕੋਈ ਗੁਰੂ ਦਾ ਪਿਆਰਾ ਨਾਮ ਵਿੱਚ ਰੰਗੀ ਹੋਈ ਰੂਹ, ਜੇਕਰ ਕਿਸੇ ਨੇ ਕੋਈ ਬਾਣੀ ਉਚਾਰਨ ਕੀਤੀ ਪਰਮਾਤਮਾ ਦੇ ਮਿਲਾਪ ਵਾਲੀ, ਉਹ ਵੀ ਆ ਸਕਦਾ ਹੈ। ਫਿਰ ਲਾਹੌਰ ਦੇ ਵਿੱਚੋਂ ਭਗਤ ਆਏ ਸੀ ਚੱਲ ਕਰਕੇ, ਜਿਹੜੇ ਛੱਜੂ ਵਰਗੇ, ਕਾਨੇ ਵਰਗੇ, ਸ਼ਾਹ ਹੁਸੈਨ ਵਰਗੇ, ਇਹਨਾਂ ਦੀਆਂ ਜਦੋਂ ਬਾਣੀਆਂ ਸਤਿਗੁਰਾਂ ਨੇ ਕਵਿਤਾ ਸੁਣੀਆਂ, ਉਹਨਾਂ ਵਿੱਚ ਵੀ ਪਰਮਾਰਥ ਦਾ ਗਿਆਨ ਨਹੀਂ ਦਿਸਿਆ। ਕਿਸੇ ਦੇ ਅੰਦਰ ਖੁਸ਼ਕ ਜਿਹੜਾ ਬਿਦਾਂਤ ਹੀ ਚਮਕਦਾ ਪਿਆ ਸੀ। ਸਤਿਗੁਰੂ ਕਹਿੰਦੇ ਐਸਾ ਖੁਸ਼ਕ ਜਿਹੜਾ ਬਿਦਾਂਤ ਪੜ੍ਹਾ ਕੇ ਗੁਰਸਿੱਖਾਂ ਨੂੰ ਨਾਸਤਕ ਨਹੀਂ ਕਰਨਾ ਹੈ। ਜਿਸ ਦੇ ਵਿੱਚ ਗੁਰਮਤਿ ਦੀ ਐਸੀ ਸੇਧ ਹੋਵੇ, ਕਿੱਡਾ ਵੱਡਾ ਬ੍ਰਹਮ ਗਿਆਨੀ ਕਿਉਂ ਨਾ ਬਣ ਜਾਵੇ, ਗੁਰੂ ਦਾ ਸਿੱਖ ਕਦੇ ਇਹ ਨਹੀਂ ਕਹੇਗਾ ਮੈਂ ਪ੍ਰਮਾਤਮਾ ਹਾਂ। ਤੇ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਦੀ ਬਾਣੀ ਦਰਜ ਨਹੀਂ ਕੀਤੀ। ਫਿਰ ਜਿਹੜੀ ਵੱਡੇ ਸਤਿਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਗੁਰਬਾਣੀ ਬਾਬਾ ਮੋਹਨ ਜੀ ਦੇ ਚੁਬਾਰੇ ਵਿੱਚ ਇਹ ਪੋਥੀਆਂ ਸੈਂਚੀਆਂ ਰੂਪ ਦੇ ਵਿੱਚ ਪਈਆਂ ਨੇ, ਉਹਨਾਂ ਨੂੰ ਲਿਆਉਣ ਦਾ ਨਿਰਣਾ ਮਨ ਵਿੱਚ ਹੋਇਆ। ਗੁਰਸਿੱਖਾਂ ਦੇ ਨਾਲ ਦੀਵਾਨ ਵਿੱਚ ਸਤਿਗੁਰਾਂ ਨੇ ਸਲਾਹ ਮਸ਼ਵਰਾ ਕੀਤਾ ਕਿ ਉਹ ਜਿਹੜੀ ਪਾਵਨ ਬਾਣੀ ਹੈ ਗੋਇੰਦਵਾਲ ਸਾਹਿਬ ਤੋਂ ਲਿਆਂਦੀ ਜਾਵੇ। ਭਾਈ ਗੁਰਦਾਸ ਸਾਹਿਬ ਜੀ ਨੂੰ ਸਤਿਗੁਰਾਂ ਨੇ ਹੁਕਮ ਨਹੀਂ ਕੀਤਾ, ਆਪ ਉੱਠ ਕੇ ਖੜੇ ਹੋ ਗਏ, ਮਹਾਰਾਜ ਇਹ ਕੰਮ ਮੈਂ ਕਰ ਸਕਦਾ ਹਾਂ, ਮੇਰੀ ਡਿਊਟੀ ਲਾ ਦਿਓ। ਤੇ ਸਤਿਗੁਰੂ ਪਾਤਸ਼ਾਹ ਖਾਮੋਸ਼ ਰਹੇ। ਸਤਿਗੁਰਾਂ ਦੇ ਕੋਲੋਂ ਭਾਈ ਗੁਰਦਾਸ ਜੀ ਗਏ ਨੇ ਗੋਇੰਦਵਾਲ ਦੀ ਧਰਤੀ ਤੇ, ਜਾ ਕੇ ਬਾਬਾ ਮੋਹਨ ਜੀ ਦੇ ਦਰਵਾਜ਼ੇ ਖੜਕਾਏ ਨੇ। ਉਹ ਸਮਾਧੀ ਵਿੱਚ ਲੀਨ ਬੈਠੇ ਨੇ, ਨਾ ਦਰਵਾਜ਼ਾ ਖੁੱਲ੍ਹਿਆ ਤੇ ਨਾ ਸਮਾਧੀ ਖੁੱਲ੍ਹੀ ਉਹਨਾਂ ਦੀ। ਵਾਪਸ ਮੁੜ ਆਏ ਭਾਈ ਗੁਰਦਾਸ ਜੀ। ਫਿਰ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਇਹ ਸੇਵਾ ਮੈਨੂੰ ਦਾਸ ਨੂੰ ਬਖਸ਼ ਦਿਓ। ਸਤਿਗੁਰੂ ਪਾਤਸ਼ਾਹ ਚੁੱਪ ਰਹੇ। ਬਾਬਾ ਬੁੱਢਾ ਸਾਹਿਬ ਜੀ ਵੀ ਗਏ ਨੇ, ਸਤਿਗੁਰੂ ਪਾਤਸ਼ਾਹ ਦੀ ਆਗਿਆ ਨਹੀਂ ਹੋਈ ਸੀ। ਇਸ ਲਈ ਜਦੋਂ ਜਾ ਕੇ ਦਰਵਾਜ਼ੇ ਖੜਕਾਏ, ਬਾਬਾ ਬੁੱਢਾ ਸਾਹਿਬ ਜੀ ਨੇ ਉੱਚੀ ਉੱਚੀ ਆਵਾਜ਼ਾਂ ਦਿੱਤੀਆਂ ਨੇ, ਤਾਂ ਬਾਬਾ ਮੋਹਨ ਦੀ ਸਮਾਧੀ ਵੀ ਨਹੀਂ ਖੁੱਲ੍ਹੀ ਤੇ ਦਰਵਾਜ਼ੇ ਵੀ ਨਹੀਂ ਖੁੱਲ੍ਹੇ। ਫਿਰ ਜਿਹੜੀ ਦਰਵਾਜ਼ੇ ਦੀ ਚੂਥੀ ਹੋਇਆ ਕਰਦੀ, ਉਹਨੂੰ ਬਾਬਾ ਜੀ ਨੇ ਪੁੱਟ ਦਿੱਤਾ ਤੇ ਅੰਦਰ ਚਲੇ ਗਏ। ਚੁਬਾਰੇ ਦੇ ਵਿੱਚ ਜਾ ਕੇ ਬਾਬਾ ਮੋਹਨ ਜੀ ਦੇ ਸਰੀਰ ਨੂੰ ਬੜੇ ਹਲੂਣੇ ਦਿੱਤੇ, ਕਦੇ ਸੱਜੇ ਕਦੇ ਖੱਬੇ ਹਿਲਾਉਂਦੇ ਨੇ, ਪਰੰਤੂ ਸਮਾਧੀ ਉਸ ਤੱਤ ਵੇਤੇ ਮਹਾਂਪੁਰਖ ਦੀ ਨਹੀਂ ਖੁੱਲ੍ਹੀ। ਬਾਬਾ ਜੀ ਵੀ ਵਾਪਸ ਆ ਗਏ ਬਾਬਾ ਮੋਹਰੀ ਜੀ ਦੇ ਬਚਨ ਸੁਣ ਕਰਕੇ। ਤਾਂ ਉਸ ਤੋਂ ਬਾਅਦ ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਸੰਗਤ ਜੀ ਆਪਾਂ ਸਾਰੇ ਇੱਥੋਂ ਪਾਲਕੀ ਲੈ ਕਰਕੇ ਗੁਰਬਾਣੀ ਨੂੰ ਲੈਣ ਵਾਸਤੇ ਜਾਣਾ ਹੈ। ਸਤਿਗੁਰੂ ਪਾਤਸ਼ਾਹ ਨੇ ਦੇਖੋ ਅੰਮ੍ਰਿਤਸਰ ਦੀ ਪਾਵਨ ਧਰਤੀ ਤੋਂ ਸ੍ਰੀ ਗੋਇੰਦਵਾਲ ਸਾਹਿਬ ਕਿਤਨੀ ਦੂਰ ਹੈ, ਇੱਥੋਂ ਸਤਿਗੁਰੂ ਨੰਗੇ ਚਰਨੀ ਤੁਰੇ ਨੇ। ਗੁਰਬਾਣੀ ਦਾ ਆਦਬ, ਗੁਰਬਾਣੀ ਦਾ ਸਤਿਕਾਰ ਕਰਨਾ ਸਾਨੂੰ ਸਿਖਾਇਆ ਹੈ। ਸਤਿਗੁਰਾਂ ਨੇ ਪਾਲਕੀ ਤਿਆਰ ਕੀਤੀ, ਸੁੰਦਰ ਚੰਦਨ ਦਾ ਚੌਰ ਸਾਹਿਬ ਤਿਆਰ ਕਰਵਾਇਆ, ਸੰਗਤਾਂ ਨੂੰ ਨਾਲ ਲੈ ਕੇ ਗੁਰਬਾਣੀ ਦਾ ਜਾਪ ਕਰਦੇ ਤੁਰੇ ਨੇ। ਜਦੋਂ ਸਾਧ ਸੰਗਤ ਜੀ ਉਸ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਗਏ, ਧੰਨ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨਾਨਾ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਨਮਸਕਾਰ ਕੀਤੀ। ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਦੇਹੁਰੇ ਤੇ ਜਾ ਕੇ ਨਤਮਸਤਕ ਹੋਏ ਨੇ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਕਰਵਾਈਆਂ। ਫਿਰ ਚੁਬਾਰਾ ਸਾਹਿਬ ਦੇ ਵੱਲ ਨੂੰ ਚੱਲੇ, ਜਿੱਥੇ ਬਾਬਾ ਮੋਹਨ ਜੀ ਸਮਾਧੀ ਵਿੱਚ ਬੈਠੇ ਨੇ, ਜਿਨ੍ਹਾਂ ਕੋਲ ਸੈਂਚੀਆਂ ਨੇ, ਗੁਰਬਾਣੀ ਹੈ ਵੱਡੇ ਸਤਿਗੁਰਾਂ ਦੀ ਸੰਭਾਲ ਕੇ ਰੱਖੀ ਹੋਈ। ਤੇ ਪਰੰਤੂ ਜਿਸ ਵੇਲੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਕਿਹਾ ਸੀ ਪੁੱਤਰਾਂ ਨੂੰ, ਉੱਠੋ ਤੁਸੀਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਨਤਮਸਤਕ ਹੋਵੋ, ਇਹਨਾਂ ਦੇ ਅੰਦਰ ਸਾਡੀ ਜੋਤ ਹੈ, ਤਾਂ ਉਸ ਵੇਲੇ ਬਾਬਾ ਮੋਹਰੀ ਜੀ ਤਾਂ ਚਰਨਾਂ 'ਤੇ ਝੁਕ ਗਏ ਸੀ। ਬਾਬਾ ਮੋਹਨ ਜੀ ਕਹਿਣ ਲੱਗੇ, ਪਿਤਾ ਜੀ ਸਾਡੇ ਪਿਤਾ ਦੀ ਸੇਵਾ ਕਰਕੇ ਇੱਕ ਸੇਵਕ ਗੁਰਤਾ ਗੱਦੀ ਲੈ ਗਿਆ, ਸਾਡੇ ਮਨ 'ਤੇ ਸਦਾ ਤਪਦੇ ਨੇ, ਕਿਵੇਂ ਅਸੀਂ ਨਮਸਕਾਰ ਕਰ ਦਈਏ। ਬਾਬਾ ਮੋਹਨ ਜੀ ਨਹੀਂ ਝੁਕੇ ਸਨ।
ਤਾਂ ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਸੀ, ਜੇ ਇੰਨਾ ਹੰਕਾਰ ਹੈ ਮਨ ਵਿੱਚ, ਸਦਾ ਤੁਸੀਂ ਤਪਦੇ ਰਹੋਗੇ। ਇਸੇ ਤਰ੍ਹਾਂ ਹੀ ਹੋਇਆ ਸੀ। ਸਮਾਧੀਆਂ ਬੜੀਆਂ ਲੱਗਦੀਆਂ ਸੀ ਬਾਬਾ ਮੋਹਨ ਜੀ ਦੀਆਂ। ਕੰਠ ਦੇ ਵਿੱਚ ਉਹਨਾਂ ਦੇ ਮੱਧਮਾ ਬਾਣੀ ਵਿੱਚ ਜਾਪ ਵੀ ਚੱਲਦਾ ਸੀ, ਪਰੰਤੂ ਮਨ ਦੀ ਸ਼ਾਂਤੀ ਨਹੀਂ ਬਣੀ ਸੀ। ਤੇ ਜਦੋਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਜੋਤੀ ਜੋਤ ਸਮਾ ਗਏ, ਗੁਰੂ ਰਾਮਦਾਸ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ, ਤੇ ਬਾਬਾ ਮੋਹਨ ਜੀ ਬੜੇ ਤਪਦੇ ਸੀ ਅੰਦਰੋਂ ਮਨ ਕਰਕੇ। ਇੱਕ ਦਿਨ ਅਰਦਾਸ ਕੀਤੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦਾ ਧਿਆਨ ਰੱਖ ਕੇ, ਪਿਤਾ ਜੀ ਮੈਂ ਆਪ ਦੇ ਬਚਨ ਨਹੀਂ ਮੰਨ ਸਕਿਆ, ਉਸ ਵੇਲੇ ਕਿਰਪਾ ਕਰੋ ਮਨ ਨੂੰ ਸ਼ਾਂਤੀ ਆਵੇ। ਤਾਂ ਸਤਿਗੁਰੂ ਪਾਤਸ਼ਾਹ ਨੇ ਉਸ ਵੇਲੇ ਫਿਰ ਅਨੁਭਵਤਾ ਦੇ ਦੁਆਰਾ ਕਿਹਾ ਸੀ, ਪੁੱਤਰ ਜੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਤੇ ਤੂੰ ਝੁਕ ਨਹੀਂ ਸਕਿਆ, ਤੇ ਉਹਨਾਂ ਦੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਸਾਹਿਬ ਜੀ ਬਾਣੀ ਦਾ ਬੋਹਿਥਾ ਜਹਾਜ਼ ਤਿਆਰ ਕਰਨਗੇ, ਉਹ ਤੁਹਾਡੇ ਕੋਲ ਪੋਥੀਆਂ ਲੈਣ ਵਾਸਤੇ ਆਉਣਗੇ, ਚਰਨਾਂ ਤੇ ਝੁਕ ਕਰਕੇ ਉਹਨਾਂ ਦੇ ਸ਼ਾਂਤੀ ਪ੍ਰਾਪਤ ਕਰ ਲਵੀ। ਉਹ ਬਚਨ ਜਿਹੜੇ ਉਡੀਕਦੇ ਸੀ ਬਾਬਾ ਮੋਹਨ ਜੀ, ਕਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਆਉਣ। ਅੱਜ ਸਤਿਗੁਰੂ ਪਾਤਸ਼ਾਹ ਦੀ ਨਿਮਰਤਾ ਦੀ ਕੋਈ ਹੱਦ ਨਹੀਂ ਹੈ। ਕੋਈ ਭੁੰਜੇ ਸਤਿਗੁਰਾਂ ਨੇ ਕੋਈ ਪਲੰਘ ਨਹੀਂ ਲਗਵਾਇਆ, ਕੋਈ ਗੱਦਾ ਨਹੀਂ ਲਵਾਇਆ, ਇੱਥੋਂ ਤੱਕ ਕਿ ਕੋਈ ਦਰੀ ਵੀ ਧਰਤੀ ਤੇ ਨਹੀਂ ਵਿਛਾਣਾ ਕੀਤੀ। ਚਵਾਰਾ ਸਾਹਿਬ ਦੀ ਗਲੀ ਦੇ ਵਿੱਚ ਭੁੰਜੇ ਆਸਣ ਲਾ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਬੈਠ ਗਏ। ਜਦੋਂ ਸਾਧ ਸੰਗਤ ਉੱਥੇ ਬੈਠ ਕਰਕੇ ਅਕਾਲ ਪੁਰਖ ਜਿਹੜਾ ਮੋਹਨ ਸਾਰਿਆਂ ਦੇ ਮਨਾਂ ਨੂੰ ਮੋਹਣ ਵਾਲਾ ਹੈ, ਉਹਦੇ ਸਨਮੁਖ ਹੋ ਕੇ ਸਤਿਗੁਰੂ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਇਹ ਧੁਨਾ ਜਾ ਕਰਕੇ ਬਾਬਾ ਮੋਹਨ ਜੀ ਦੇ ਕੰਨਾਂ ਵਿੱਚ ਪੈਂਦੀਆਂ ਨੇ। ਸਤਿਗੁਰੂ ਪਾਤਸ਼ਾਹ ਪਰਮਾਤਮਾ ਦੇ ਸਨਮੁਖ ਸ਼ਬਦ ਉਚਾਰਦੇ ਨੇ, ਤੇ ਬਾਬਾ ਮੋਹਨ ਜੀ ਦੇ ਮਨ ਵਿੱਚ ਖਿਆਲ ਆਉਂਦਾ ਵੀ ਮੇਰੀ ਵਡਿਆਈ ਹੋ ਰਹੀ ਹੈ। ਤਾਂ ਉਸ ਵੇਲੇ ਸਾਧ ਸੰਗਤ ਜੀ ਫਿਰ ਇਹਨੇ ਸਮਾਧੀ ਵਿੱਚੋਂ ਬਾਬਾ ਮੋਹਨ ਜੀ ਨੇ ਉੱਠਣਾ ਕੀਤਾ। ਚੁਬਾਰੇ ਦੀਆਂ ਜਦੋਂ ਖਿੜਕੀਆਂ ਖੋਲ੍ਹ ਕੇ ਬਾਹਰ ਵੇਖਿਆ, ਨਿਮਰਤਾ ਦੀ ਹੱਦ, ਸ਼ਾਂਤ ਸਰੂਪ ਗੁਰੂ ਅਰਜਨ ਦੇਵ ਸਾਹਿਬ ਜੀ ਭੁੰਜੇ ਬੈਠੇ ਨੇ। ਨਾਲ ਸੰਗਤਾਂ ਨੇ ਸੁੰਦਰ ਪਾਲਕੀ ਲੈ ਕੇ ਆਏ ਨੇ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਇਹਨੇ ਦਰਵਾਜ਼ੇ ਖੋਲ੍ਹ ਦਿੱਤੇ। ਸਤਿਗੁਰੂ ਪਾਤਸ਼ਾਹ ਇਹ ਪਾਵਨ ਗੁਰਬਾਣੀ ਦੇ ਚਾਰੇ ਹੀ ਜਿਹੜੇ ਪਦ ਹਨ, ਇਹਨਾਂ ਨੂੰ ਗਾਉਂਦੇ ਜਾ ਰਹੇ ਨੇ। ਤੇ ਜਦੋਂ ਸ਼ਬਦ ਦੀ ਸੰਪੂਰਨਤਾ ਹੋਈ, ਸਾਰੀਆਂ ਸੈਂਚੀਆਂ ਪੋਥੀਆਂ ਸੀਸ ਦੇ ਉੱਤੇ ਚੁੱਕ ਕਰਕੇ ਬਾਬਾ ਮੋਹਨ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਗਏ। ਜਦੋਂ ਸਾਹਮਣੇ ਆ ਕੇ ਦਰਸ਼ਨ ਕੀਤੇ ਨੇ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਤਪਤ ਮਾਹੇ ਠਾਂਡ ਵਰਤਾਈ, ਅੰਧ ਭਇਆ ਦੁੱਖ ਨਾਠੇ ਭਾਈ। ਉਸ ਵੇਲੇ ਮਨ ਨੂੰ ਸ਼ਾਂਤੀ ਵਰਤ ਗਈ। ਤੇ ਜਦੋਂ ਪੋਥੀਆਂ ਸਾਹਮਣੇ ਲਿਆ ਕਰਕੇ ਪਾਲਕੀ ਦੇ ਵਿੱਚ ਰੱਖੀਆਂ ਗਈਆਂ, ਤਾਂ ਬਾਬਾ ਮੋਹਨ ਜੀ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਨੂੰ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਮੈਂ ਆਪਣਾ ਜਿਹੜਾ ਸੀਸ ਆਪ ਦੇ ਚਰਨਾਂ ਤੇ ਲਾਉਣਾ ਚਾਹੁੰਦਾ ਹਾਂ। ਸਤਿਗੁਰੂ ਪਾਤਸ਼ਾਹ ਰੋਕਦੇ ਨੇ, ਤੁਸੀਂ ਸਾਡੇ ਮਾਮੇ ਲੱਗਦੇ, ਵੱਡੇ ਸਥਾਨ ਤੇ ਅਸੀਂ ਭਾਣਜੇ ਲੱਗਦੇ ਹਾਂ, ਸਾਡਾ ਫਰਜ਼ ਬਣਦਾ ਤੁਹਾਡਾ ਸਤਿਕਾਰ ਕਰੀਏ, ਐਸਾ ਨਹੀਂ ਹੋਵੇਗਾ। ਫਿਰ ਬਚਨ ਸੁਣਾਇਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਹੜਾ ਅਨੁਭਵਤਾ ਦੇ ਨਾਲ ਬਚਨ ਕਿਹਾ ਸੀ, ਤੇਰੇ ਮਨ ਨੂੰ ਸ਼ਾਂਤੀ ਤਾਂ ਆਵੇਗੀ ਜੇ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਤੇ ਤੇਰਾ ਸੀਸ ਲੱਗੇਗਾ। ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਕੋਈ ਬਚਨ ਨਹੀਂ ਕਿਹਾ। ਬਾਬਾ ਮੋਹਨ ਜੀ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਤੇ ਲਿਪਟ ਗਏ। ਉਸੇ ਵੇਲੇ ਮਨ ਬਿਲਕੁਲ ਸ਼ਾਂਤ ਹੋ ਗਿਆ, ਮਨ ਨੂੰ ਸ਼ਾਂਤੀ ਵਰਤ ਗਈ। ਫਿਰ ਘਰ ਦੇ ਵਿੱਚ ਲਿਜਾ ਕਰਕੇ ਬੜਾ ਸਤਿਕਾਰ ਕੀਤਾ। ਬਾਬਾ ਮੋਹਰੀ ਜੀ ਦਾ ਸਾਰਾ ਪਰਿਵਾਰ ਮਿਲਿਆ। ਉੱਥੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪਾਲਕੀ ਦੇ ਵਿੱਚ ਪੋਥੀਆਂ ਜਿਹੜੀਆਂ ਸੈਂਚੀਆਂ ਨੇ ਰੱਖ ਕਰਕੇ ਆਪ ਨੰਗੇ ਚਰਨੀ ਚੌਰ ਸਾਹਿਬ ਦੀ ਸੇਵਾ ਕਰਦੇ ਉੱਥੋਂ ਤੁਰੇ ਨੇ। ਸੰਗਤਾਂ ਨੇ ਕਿਹਾ ਸੀ, ਮਹਾਰਾਜ ਆਪ ਜੀ ਪਾਲਕੀ ਵਿੱਚ ਬੈਠ ਜਾਵੋ, ਤੁਸੀਂ ਗੁਰੂ ਹੋ, ਗੁਰੂ ਨਾਨਕ ਦੀ ਜੋਤ ਹੋ, ਵੱਖਰੀ ਪਾਲਕੀ ਬਣਾ ਦਿੰਦੇ। ਸਤਿਗੁਰੂ ਪਾਤਸ਼ਾਹ ਨੇ ਪੂਰਨੇ ਪਾਉਣੇ ਸੀ ਸਾਨੂੰ ਕਿ ਚਾਹੇ ਦੁਨੀਆ ਵਿੱਚ ਕਿੱਡਾ ਵੱਡਾ ਕੋਈ ਦੇਹਧਾਰੀ ਗੁਰੂ ਵੀ ਕਿਉਂ ਨਾ ਬਣ ਜਾਵੇ, ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦੀ ਬਾਣੀ ਦੀ ਬਰਾਬਰਤਾ ਨਹੀਂ ਹੋ ਸਕਦੀ ਹੈ।
ਸਤਿਗੁਰੂ ਪਾਤਸ਼ਾਹ ਉਥੋਂ ਫਿਰ ਬਾਬਾ ਦਾਤੂ ਜੀ ਨੂੰ ਮਿਲੇ ਨੇ ਖਡੂਰ ਸਾਹਿਬ ਦੀ ਧਰਤੀ ਤੇ ਆ ਕੇ। ਇਹਨਾਂ ਦੇ ਲੱਤ ਵਿੱਚ ਜਿਹੜਾ ਦਰਦ ਹੁੰਦਾ ਸੀ, ਇਹਨਾਂ ਨੂੰ ਵੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੰਤਲੇ ਸਮੇਂ ਕਹਿ ਦਿੱਤਾ ਸੀ ਕਿ ਇਹ ਤੁਹਾਡੀ ਲੱਤ ਦਾ ਜਿਹੜਾ ਦਰਦ, ਗੁਰੂ ਅਰਜਨ ਦੇਵ ਸਾਹਿਬ ਦੇ ਜਦੋਂ ਹੱਥ ਤੁਹਾਡੀ ਲੱਤ ਨੂੰ ਲੱਗ ਜਾਣਗੇ ਉਸ ਵੇਲੇ ਦੂਰ ਹੋਵੇਗਾ। ਪਰਉਪਕਾਰ ਕਰਦੇ ਹੋਏ ਗੁਰੂ ਅਰਜਨ ਦੇਵ ਸਾਹਿਬ ਜੀ ਬਾਬਾ ਮੋਹਨ ਜੀ ਨੂੰ ਸ਼ਾਂਤੀ ਵਰਤਾ ਕੇ ਬਾਬਾ ਦਾਤੂ ਜੀ ਨੂੰ ਮਿਲੇ, ਉਹਦੀ ਲੱਤ ਨੂੰ ਆਪਣਾ ਕਰ ਕਮਲ ਲਾ ਕੇ ਸਤਿਗੁਰਾਂ ਦਰਦ ਦੂਰ ਕੀਤਾ। ਇਸ ਲਈ ਸਤਿਗੁਰੂ ਪਾਤਸ਼ਾਹ ਫਿਰ ਅੰਮ੍ਰਿਤਸਰ ਦੀ ਧਰਤੀ ਤੇ ਪੁੱਜਦੇ ਨੇ। ਇੱਥੇ ਆ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਦੀ ਪਰਿਕਰਮਾ ਦੇ ਅੰਦਰ ਜਦੋਂ ਆਪਾਂ ਇਸ ਪਾਸਿਓਂ ਦਾਖਲ ਹੋਈਦਾ ਤੇ 68 ਘਾਟ ਜਿਹੜਾ ਬਣਿਆ ਹੋਇਆ, ਇੱਥੇ ਲਿਆ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਾਮ ਦੇ ਵਕਤ ਗੁਰਬਾਣੀ ਦੀਆਂ ਸੈਂਚੀਆਂ ਵਾਲੀ ਜਿਹੜੀ ਪਾਲਕੀ ਰੱਖੀ ਹੈ ਤੇ ਕੋਲ ਸਤਿਗੁਰੂ ਆਪ ਬੈਠੇ ਨੇ। ਇੱਥੇ ਜਦੋਂ ਦਰਸ਼ਨ ਦੀਦਾਰੇ ਕੀਤੇ ਹਨ ਗੁਰਬਾਣੀ ਦੇ, ਤੇ ਸਤਿਗੁਰੂ ਪਾਤਸ਼ਾਹ ਨੇ ਫਿਰ ਇੱਥੇ ਇਹ ਸ਼ਬਦ ਉਚਾਰਨ ਕੀਤਾ ਸੀ, ਪੋਥੀ ਪਰਮੇਸ਼ਰ ਕਾ ਥਾਨ। ਇਹ ਜਿਹੜੀਆਂ ਪੋਥੀਆਂ ਸੈਂਚੀਆਂ, ਇਹ ਪਰਮੇਸ਼ਰ ਵਾਹਿਗੁਰੂ ਜੀ ਦਾ ਸਥਾਨ ਹੈ। ਇਹ ਪੋਥੀਆਂ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਪਰਮਾਤਮਾ ਜੀ ਵਸਦੇ ਨੇ। ਬੇਅੰਤ ਗੁਰਬਾਣੀ ਦੇ ਸ਼ਬਦ ਸਤਿਗੁਰਾਂ ਨੇ ਉਚਾਰਨ ਕੀਤੇ। ਸੰਗਤਾਂ ਜੁੜੀਆਂ। ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਸਾਰੀ ਰਾਤ ਇੱਥੇ ਅਖੰਡ ਕੀਰਤਨ ਕੀਤਾ ਜਾਵੇ। ਗੁਰਬਾਣੀ ਆਈ ਹੈ ਧੁਰ ਕੀ ਬਾਣੀ, ਜਿਹੜੀ ਗੋਇੰਦਵਾਲ ਸਾਹਿਬ ਤੋਂ ਲਿਆਂਦੀ ਗਈ। ਗੁਰਬਾਣੀ ਦਾ ਸਤਿਕਾਰ ਕੀਰਤਨ ਹੋਣਾ ਚਾਹੀਦਾ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਕੀਰਤਨ ਕੀਤਾ। ਭਾਈ ਗੁਰਦਾਸ ਸਾਹਿਬ ਜੀ ਕੀਰਤਨ ਕਰਨ ਲੱਗੇ। ਗੁਰੂ ਅਰਜਨ ਦੇਵ ਸਾਹਿਬ ਜੀ ਆਪ ਕੀਰਤੀ ਕਰਦੇ ਰਹੇ। ਸੰਗਤਾਂ ਸਾਰੀਆਂ ਜੁੜ ਕੇ ਸਾਰੀ ਰਾਤ ਇੱਥੇ ਅਖੰਡ ਕੀਰਤਨ ਹੋਇਆ।